गुड मॉर्निंग स्टूडेंट्स। ਅੱਜ ਆਪਾਂ ਡਿਸਕਸ ਕਰਾਂਗੇ ਅਪਲਾਈਡ ਮਕੈਨਿਕਸ ਲੈਕਚਰ 1 ਅਪਲਾਈਡ ਮਕੈਨਿਕਸ ਜੋ ਕਿ ਆਪਣਾ ਮਕੈਨੀਕਲ ਥਰਡ ਸਮੈਸਟਰ ਦੇ ਕੋਲ ਹੈ। ਸਭ ਤੋਂ ਪਹਿਲਾਂ ਦੇਖਦੇ ਹਾਂ ਸਿਲੇਬਸ। ਇਹ ਆਪਣਾ ਅਪਲਾਈਡ ਮਕੈਨਿਕਸ ਦਾ ਸਿਲੇਬਸ ਹੈ। ਇਹਨੂੰ ਤੁਸੀਂ PSBT ਦੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਗੂਗਲ 'ਚ ਸਰਚ ਮਾਰ ਕੇ ਵੀ ਫਾਈਂਡ ਆਊਟ ਕਰ ਸਕਦੇ ਹੋ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਸਿਲੇਬਸ ਹੈ। ਇਸ ਲੈਕਚਰ 'ਚ ਆਪਾਂ ਜਿਹੜਾ ਫਸਟ ਪਾਰਟ ਹੈ, ਫਸਟ ਯੂਨਿਟ ਹੈ, ਦੈਟ ਇਜ਼ ਇੰਟਰੋਡਕਸ਼ਨ ਆਪਾਂ ਡਿਸਕਸ ਕਰਾਂਗੇ। ਇਸ ਦੇ ਵਿੱਚ ਆਪਾਂ ਕੀ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਕਿ ਅਪਲਾਈਡ ਮਕੈਨਿਕਸ ਹੁੰਦੀ ਕੀ ਹੈ, ਉਸਦੇ ਅੱਗੇ ਕੀ ਕਲਾਸੀਫਿਕੇਸ਼ਨ ਹੈ, ਉਹ ਆਪਾਂ ਫਸਟ ਪਾਰਟ 'ਚ ਡਿਸਕਸ ਕਰਾਂਗੇ। ਦੈਨ ਵੀ ਵਿਲ ਡਿਸਕਸ ਅਬਾਊਟ ਬੇਸਿਕ ਐਂਡ ਡਿਰਾਈਵਡ ਕੁਆਂਟੀਟੀਜ਼। ਆਪਾਂ ਜਿਹੜਾ ਸਿਸਟਮ ਆਫ ਯੂਨਿਟਸ ਹੈ ਉਹ ਡਿਸਕਸ ਕਰਾਂਗੇ। ਡਿਫਰੈਂਟ ਸਿਸਟਮਸ ਡਿਸਕਸ ਕਰਾਂਗੇ, ਜਿਵੇਂ ਆਪਣਾ SI ਸਿਸਟਮ ਹੈ, FPS ਸਿਸਟਮ ਹੈ, MKS ਸਿਸਟਮ ਹੈ, ਵਗੈਰਾ ਵਗੈਰਾ। ਦੈਨ ਲਾਸਟ 'ਚ ਤੁਸੀਂ ਦੇਖ ਸਕਦੇ ਹੋ ਦੋ ਟੋਪਿਕ ਨੇ ਆਪਣੇ। ਫਸਟ ਵਨ ਇਜ਼ ਕੰਸੈਪਟ ਆਫ ਰਿਜਿਡ ਬੋਡੀ ਦਾ ਕੰਸੈਪਟ ਡਿਸਕਸ ਕਰਾਂਗੇ, ਅਤੇ ਦੈਨ ਵੀ ਵਿਲ ਡਿਸਕਸ ਸਕੇਲਰ ਐਂਡ ਵੈਕਟਰ ਕੁਆਂਟੀਟੀਜ਼। ਸੋ ਫਸਟ ਵੀ ਡਿਸਕਸ ਕਰ ਰਹੇ ਹਾਂ ਕਿ ਅਪਲਾਈਡ ਮਕੈਨਿਕਸ ਹੁੰਦੀ ਕੀ ਹੈ। ਸੋ ਲੈਟ ਅਸ ਸਟਾਰਟ ਵਿਦ ਡੈਫੀਨੇਸ਼ਨ। ਸੋ ਅਪਲਾਈਡ ਮਕੈਨਿਕਸ is a branch of physical science and practical application of mechanics. Applied mechanics describe the response of bodies, solids and fluids, or the system of bodies to external force. ਕਹਿਣ ਦਾ ਮਤਲਬ ਹੈ ਕਿ ਅਪਲਾਈਡ ਮਕੈਨਿਕਸ ਸਾਇੰਸ ਦੀ ਉਹ ਬ੍ਰਾਂਚ ਹੈ ਜਾਂ ਫਿਜ਼ਿਕਸ ਦੀ ਉਹ ਬ੍ਰਾਂਚ ਹੈ ਜਿਸ ਦੇ ਵਿੱਚ ਆਪਾਂ ਕਿਸੇ ਇੱਕ ਸਿਸਟਮ 'ਤੇ ਐਕਸਟਰਨਲ ਫੋਰਸਿਸ ਲਗਾਉਂਦੇ ਹਾਂ ਅਤੇ ਉਸ ਦਾ ਇਫੈਕਟ ਸਟੱਡੀ ਕਰਦੇ ਹਾਂ। ਜਿਹੜਾ ਸਿਸਟਮ ਹੈ ਉਹ ਆਪਣਾ ਸੋਲਿਡ ਵੀ ਹੋ ਸਕਦਾ ਹੈ ਅਤੇ ਫਲੂਇਡ ਵੀ ਹੋ ਸਕਦਾ ਹੈ। ਜਿਵੇਂ ਆਪਾਂ ਡਿਸਕਸ ਕੀਤਾ ਕਿ ਜਿਹੜੀ ਅਪਲਾਈਡ ਮਕੈਨਿਕਸ ਹੈ ਜਾਂ ਫਿਰ ਮਕੈਨਿਕਸ ਹੈ ਉਹ ਫਿਜ਼ਿਕਸ ਦੀ ਇੱਕ ਬ੍ਰਾਂਚ ਹੈ। ਜਿਵੇਂ ਤੁਸੀਂ ਦੇਖ ਸਕਦੇ ਹੋ ਫਿਜ਼ਿਕਸ ਦੀ ਡਿਫਰੈਂਟ ਬ੍ਰਾਂਚਿਸ ਨੇ। ਮਕੈਨਿਕਸ ਹੋ ਗਈ, ਥਰਮੋਡਾਇਨਮਿਕਸ ਹੋ ਗਈ, ਇਲੈਕਟ੍ਰੀਸਿਟੀ ਹੋ ਗਈ। ਇਸੇ ਤਰ੍ਹਾਂ ਹੋਰ ਬ੍ਰਾਂਚਿਸ ਵੀ ਹੋ ਸਕਦੀਆਂ ਨੇ, ਜਿਵੇਂ ਆਪਣੀ ਓਪਟਿਕਸ ਹੋ ਗਈ ਜਾਂ ਨਿਊਕਲੀਅਰ ਫਿਜ਼ਿਕਸ ਹੋ ਗਈ, ਵਗੈਰਾ ਵਗੈਰਾ। ਹੁਣ ਜਿਹੜੀ ਮਕੈਨਿਕਸ ਹੈ ਉਸ ਦੇ ਵਿੱਚ ਫਰਦਰ ਦੋ ਕਲਾਸੀਫਿਕੇਸ਼ਨ ਆਪਾਂ ਕਰ ਸਕਦੇ ਹਾਂ। ਫਸਟ ਵਨ ਇਜ਼ ਸਟੈਟਿਕਸ, ਸੈਕਿੰਡ ਵਨ ਇਜ਼ ਡਾਇਨਮਿਕਸ। ਡਾਇਨਮਿਕਸ ਦੀ ਫਰਦਰ ਕਲਾਸੀਫਿਕੇਸ਼ਨ ਹੋ ਸਕਦੀ ਹੈ ਇਨਟੂ ਕਾਈਨੈਟਿਕਸ ਐਂਡ ਕਾਈਨੈਮੈਟਿਕਸ। ਅੱਗੇ ਆਪਾਂ ਦੇਖਾਂਗੇ ਕਿ ਇਹਨਾਂ ਬ੍ਰਾਂਚਿਸ 'ਚ ਕੀ ਫਰਕ ਹੁੰਦਾ ਹੈ, ਕੀ ਡਿਫਰੈਂਸਿਸ ਹੁੰਦੇ ਨੇ। ਸੋ ਦ ਫਸਟ ਕਲਾਸੀਫਿਕੇਸ਼ਨ ਇਜ਼ ਸਟੈਟਿਕਸ। ਸਟੈਟਿਕਸ ਡੈਫੀਨੇਸ਼ਨ ਤੋਂ ਸਟਾਰਟ ਕਰਦੇ ਹਾਂ। ਇਟ ਇਜ਼ ਦ ਬ੍ਰਾਂਚ ਆਫ ਇੰਜੀਨੀਅਰਿੰਗ ਮਕੈਨਿਕਸ which deals with forces and their effects while acting upon the bodies at rest. Meaning mechanics ਦੀ ਉਹ ਬ੍ਰਾਂਚ ਜਿਹੜੀ ਫੋਰਸਿਸ ਅਤੇ ਉਹਨਾਂ ਦੇ ਇਫੈਕਟ ਨਾਲ ਡੀਲ ਕਰਦੀ ਹੈ ਉਹਨਾਂ ਬੋਡੀਜ਼ 'ਤੇ ਜਿਹੜੀ ਰੈਸਟ 'ਤੇ ਹੋਣ। ਕੋਈ ਬੋਡੀ ਆਪਣੀ ਰੈਸਟ 'ਤੇ ਹੈ, ਕੋਈ ਸਬਸਟੈਂਸ ਆਪਣਾ ਰੈਸਟ 'ਤੇ ਹੈ, ਉਸ 'ਤੇ ਆਪਾਂ ਫੋਰਸ ਲਾ ਰਹੇ ਹਾਂ ਅਤੇ ਆਪਾਂ ਉਸ ਦਾ ਇਫੈਕਟ ਸਟੱਡੀ ਕਰਨਾ ਹੈ, ਤਾਂ ਜੋ ਸਟੱਡੀ ਹੋਵੇਗੀ ਦੈਟ ਵਿਲ ਕਮ ਅੰਡਰ ਸਟੈਟਿਕਸ। ਫੋਰ ਐਗਜ਼ਾਮਪਲ ਇਹ ਮੇਰਾ ਇੱਕ ਬਲੋਕ ਹੈ, ਇਸ ਦੇ ਉੱਤੇ ਮੈਂ ਫੋਰਸ ਲਾ ਰਿਹਾ। ਸਪੋਜ਼ F ਫੋਰਸ ਮੈਂ ਇਸ 'ਤੇ ਲਾਈ ਹੈ ਅਤੇ F ਫੋਰਸ ਮੈਂ ਲਾਈ ਹੈ, ਉਸ ਕਰਕੇ ਇਸ ਦੇ ਵਿੱਚ ਕੋਈ ਮੋਸ਼ਨ ਨਹੀਂ ਆ ਰਿਹਾ। ਮਤਲਬ ਇਹ ਆਪਣਾ ਜਿਹੜਾ ਵੀ ਸਰਫੇਸ ਹੈ, ਸਪੋਜ਼ ਇਹ ਸਰਫੇਸ ਹੈ, ਇਸ ਸਰਫੇਸ 'ਤੇ ਰੈਸਟ 'ਤੇ ਹੈ, ਤਾਂ ਇਸ ਫੋਰਸ ਕਰਕੇ ਇਸ ਬਾਕਸ 'ਚ ਕੀ ਚੇਂਜਿਸ ਆਉਣਗੇ, ਉਨ ਸਾਰੀਆਂ ਚੇਂਜਿਸ ਨੂੰ, ਉਹ ਸਾਰੇ ਇਫੈਕਟਸ ਨੂੰ ਆਪਾਂ ਸਟੱਡੀ ਕਰਾਂਗੇ ਸਟੈਟਿਕਸ 'ਚ। ਨਾਓ ਨੈਕਸਟ ਇਜ਼ ਡਾਇਨਮਿਕਸ। ਡੈਫੀਨੇਸ਼ਨ ਤੋਂ ਸ਼ੁਰੂ ਕਰਦੇ ਹਾਂ। ਇਟ ਇਜ਼ ਦ ਬ੍ਰਾਂਚ ਆਫ ਮਕੈਨਿਕਸ ਔਰ ਇੰਜੀਨੀਅਰਿੰਗ ਮਕੈਨਿਕਸ which deals with the forces and their effects while acting upon the bodies in motion.
ਤਾਂ ਚੇਂਜ ਕੀ ਆਇਆ, ਲਾਸਟ ਡੈਫੀਨੇਸ਼ਨ ਜਿਹੜੀ ਸਟੈਟਿਕਸ ਦੀ ਆਪਾਂ ਪੜ੍ਹੀ ਸੀ ਉਸ ਦੇ ਵਿੱਚ ਬੋਡੀਜ਼ ਆਪਣੀ ਰੈਸਟ 'ਤੇ ਸੀ, ਇਸ 'ਚ ਬੋਡੀ ਆਪਣੀ ਮੋਸ਼ਨ 'ਚ ਹੈ। ਸਿਰਫ ਇਹੀ ਫਰਕ ਹੈ ਸਟੈਟਿਕਸ ਅਤੇ ਡਾਇਨਮਿਕਸ 'ਚ। ਸਟੈਟਿਕਸ 'ਚ ਆਪਾਂ ਜਿਹੜੀ ਬੋਡੀਜ਼ ਨੂੰ ਸਟੱਡੀ ਕਰਦੇ ਸੀ, ਫੋਰਸਿਸ ਅਤੇ ਉਹਨਾਂ ਦੇ ਇਫੈਕਟਸ ਨੂੰ ਸਟੱਡੀ ਕਰਦੇ ਸੀ, ਉਹ ਆਪਾਂ ਕਦ ਕਰਦੇ ਸੀ, ਜਦੋਂ ਆਪਣੀ ਬੋਡੀਜ਼ ਰੈਸਟ 'ਤੇ ਨੇ। ਡਾਇਨਮਿਕਸ 'ਚ ਆਪਾਂ ਉਹੀ ਸਟੱਡੀ ਕਰਾਂਗੇ ਜਦੋਂ ਆਪਣੀ ਬੋਡੀਜ਼ ਮੋਸ਼ਨ 'ਚ ਆਉਣਗੀਆਂ। ਲਾਸਟ ਐਗਜ਼ਾਮਪਲ ਜਿਵੇਂ ਆਪਾਂ ਦੇਖਿਆ ਸੀ, ਸੇਮ ਉਹੀ ਬੁੱਕਸ ਹੈ, ਆਪਾਂ ਫੋਰਸ F ਲਾਈ ਹੈ ਅਤੇ ਹੁਣ ਜਿਹੜੀ ਆਪਣੀ ਬੋਡੀ ਹੈ, ਜਿਹੜਾ ਆਪਣਾ ਬੁੱਕਸ ਹੈ, ਉਹ ਮੋਸ਼ਨ 'ਚ ਹੈ। ਹੁਣ ਆਪਾਂ ਦੇਖਾਂਗੇ ਕਿ ਇਸ ਦੇ ਮੋਸ਼ਨ 'ਚ ਆਏ ਫੋਰਸਿਸ ਕਰਕੇ ਕੀ ਇਫੈਕਟ ਪਏ ਨੇ ਇਸ ਦੀ ਸਟੇਟ 'ਤੇ, ਉਹ ਆਪਾਂ ਸਟੱਡੀ ਕਰਾਂਗੇ ਡਾਇਨਮਿਕਸ 'ਚ। ਫਰਦਰ ਇਹਨੂੰ ਆਪਾਂ ਦੋ ਪਾਰਟ 'ਚ ਡਿਵਾਈਡ ਕਰ ਸਕਦੇ ਹਾਂ। ਫਸਟ ਵਨ ਇਜ਼ ਕਾਈਨੈਟਿਕਸ, ਦੈਨ ਇਜ਼ ਕਾਈਨਮੈਟਿਕਸ। So first part is kinetics. Definition is, it is branch of dynamics which deals with the body in motion due to application of forces, meaning forces करके body अपनी motion च आई है, ਆਪਾਂ उस motion ਨੂੰ study ਕਰਾਂਗੇ, उस branch ਨੂੰ ਆਪਾਂ ਕਹਿ ਰਹੇ ਹਾਂ kinetics. Then we come to kinematics. ਕਾਇਨਮੈਟਿਕਸ ਅਤੇ ਕਾਈਨੈਟਿਕਸ 'ਚ ਇੱਕੋ ਚੇਂਜ ਹੈ, ਇੱਥੇ ਤੱਕ ਆਪਣੀ ਜਿਹੜੀ ਡੈਫੀਨੇਸ਼ਨ ਹੈ ਉਹ ਆਲਮੋਸਟ ਸੇਮ ਹੈ। ਇਸ ਤੋਂ ਬਾਅਦ ਇੱਕ ਹੋਰ ਲਾਈਨ ਐਡ ਕੀਤੀ ਜਾਂਦੀ ਹੈ, ਵਿਦਾਊਟ ਐਨੀ ਰੈਫਰੈਂਸ ਟੂ ਦਾ ਫੋਰਸਿਸ ਵਿਚ ਆਰ ਰਿਸਪੋਂਸੀਬਲ ਫॉर ਦਾ ਮੋਸ਼ਨ। ਯਾਨੀ ਕਿ ਕਾਇਨਮੈਟਿਕਸ 'ਚ ਆਪਾਂ ਮੋਸ਼ਨ ਨੂੰ ਸਟੱਡੀ ਕਰਾਂਗੇ, ਬਟ ਉਹਨਾਂ ਫੋਰਸਿਸ ਨੂੰ ਸਟੱਡੀ ਨਹੀਂ ਕਰਾਂਗੇ, ਉਹਨਾਂ ਫੋਰਸਿਸ ਬਾਰੇ ਆਪਣਾ ਕੋਈ ਧਿਆਨ ਨਹੀਂ ਰਹੂਗਾ ਜਿਨ੍ਹਾਂ ਫੋਰਸਿਸ ਕਰਕੇ ਮੋਸ਼ਨ ਹੋ ਰਿਹਾ ਹੈ। ਤਾਂ ਕੀ ਫਰਕ ਹੋਇਆ ਦੋਹਾਂ 'ਚ? ਵਨ ਇਜ਼ ਕਾਇਨੈਟਿਕਸ। ਕਾਇਨੈਟਿਕਸ 'ਚ ਆਪਾਂ ਕੀ ਕਰਦੇ ਸੀ, ਜਿਹੜਾ ਮੋਸ਼ਨ ਹੈ ਉਹਨੂੰ ਸਟੱਡੀ ਕਰ ਰਹੇ ਹਾਂ, ਨਾਲ ਦੀ ਨਾਲ ਫੋਰਸਿਸ ਨੂੰ ਵੀ ਸਟੱਡੀ ਕਰ ਰਹੇ ਹਾਂ, ਜਿਹੜੀ ਫੋਰਸਿਸ ਐਕਟ ਕਰ ਰਹੀਆਂ ਨੇ। ਬਟ ਕਾਇਨਮੈਟਿਕਸ 'ਚ ਆਪਾਂ ਫੋਰਸਿਸ 'ਤੇ ਕੋਈ ਅਟੈਂਸ਼ਨ ਨਹੀਂ ਦੇ ਰਹੇ, ਫੋਰਸਿਸ ਨੂੰ ਸਟੱਡੀ ਨਹੀਂ ਕਰ ਰਹੇ, ਸਿਰਫ ਆਪਣਾ ਧਿਆਨ ਹੈ ਜਿਹੜਾ ਉਹ ਮੋਸ਼ਨ ਨੂੰ ਸਟੱਡੀ ਕਰਨ 'ਤੇ ਹੈ। ਨੈਕਸਟ ਪਾਰਟ ਵੀ ਕਮ ਟੂ ਇਜ਼ ਦਾ ਸਿਸਟਮ ਆਫ ਯੂਨਿਟਸ। ਤਾਂ ਇਹ ਜਿਹੜਾ ਆਪਣਾ ਹੈ ਫਿਜ਼ਿਕਸ 'ਚ ਆਪਾਂ ਪਹਿਲਾਂ ਹੀ ਪੜ੍ਹਿਆ ਫਸਟ ਈਅਰ 'ਚ, ਇਹਨੂੰ ਦੁਬਾਰਾ ਤੋਂ ਰਿਵਾਈਜ਼ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਆਪਣੇ ਕੋਲ ਯੂਨਿਟਸ ਕਿੰਨੇ ਟਾਈਪ ਦੀਆਂ ਨੇ। ਆਪਣੇ ਕੋਲ ਦੋ ਟਾਈਪਸ ਦੀਆਂ ਯੂਨਿਟਸ ਨੇ। ਫਸਟ ਵਨ ਇਜ਼ ਫੰਡਾਮੈਂਟਲ ਯੂਨਿਟਸ ਐਂਡ ਸੈਕਿੰਡ ਵਨ ਇਜ਼ derived units. Let us talk about fundamental units. So first comes the definition. Fundamental units are those units which are internationally accepted, and based upon them all the other units are studied. Meaning ਕੀ ਹੋਇਆ ਕਿ ਕੁਝ ਯੂਨਿਟਸ ਇਹੋ ਜਿਹੀਆਂ ਨੇ ਜਿਹੜੀ ਬਿਲਕੁਲ ਫੰਡਾਮੈਂਟਲ ਨੇ ਨੇਚਰ 'ਚ, ਉਹਨਾਂ ਯੂਨਿਟਸ ਦੇ ਬੇਸ 'ਤੇ ਆਪਾਂ ਬਾਕੀ ਯੂਨਿਟਸ ਨੂੰ ਸਟੱਡੀ ਕਰਾਂਗੇ। ਫੋਰ ਐਗਜ਼ਾਮਪਲ ਜਿਹੜਾ ਆਪਣਾ SI ਸਿਸਟਮ ਹੈ, ਅੱਗੇ ਪੜ੍ਹਾਂਗੇ ਆਪਾਂ ਇਸ ਨੂੰ, ਉਸ ਦੇ ਵਿੱਚ ਡਿਸਟੈਂਸ ਨੂੰ ਮੇਜ਼ਰ ਕਰਨ ਲਈ ਆਪਾਂ ਲੈਂਥ ਨੂੰ ਫੰਡਾਮੈਂਟਲ ਯੂਨਿਟ ਮੰਨ ਕੇ ਚੱਲਦੇ ਹਾਂ। ਤਾਂ ਅੱਗੇ ਜਿਹੜੀ ਵੀ ਯੂਨਿਟ ਆਪਾਂ ਡਿਰਾਈਵ ਕਰਾਂਗੇ, ਜਿਹੜੀ ਵੀ ਯੂਨਿਟ ਆਪਾਂ ਯੂਜ਼ ਕਰਾਂਗੇ, ਉਹ ਇਸ ਲੈਂਥ 'ਤੇ ਬੇਸ ਹੋਊਗੀ। ਇਸੇ ਤਰ੍ਹਾਂ ਟਾਈਮ ਲਈ ਆਪਾਂ ਟਾਈਮ ਦੀ ਯੂਨਿਟ ਆਪਾਂ ਸੈਕਿੰਡ ਲੈ ਕੇ ਚੱਲਦੇ ਹਾਂ, ਮਾਸ ਦੀ ਯੂਨਿਟ ਆਪਾਂ kg ਲੈ ਕੇ ਚੱਲਦੇ ਹਾਂ। ਤਾਂ ਇਹ ਜਿਹੜੀ ਆਪਣੀ ਲੈਂਥ, ਮਾਸ ਅਤੇ ਟਾਈਮ ਦੀ ਯੂਨਿਟਸ ਨੇ, ਦੀਜ਼ ਆਰ ਫੰਡਾਮੈਂਟਲ ਯੂਨਿਟਸ। ਉਸ ਤੋਂ ਬਾਅਦ ਆਉਂਦੀਆਂ ਨੇ ਆਪਣੀਆਂ ਡਿਰਾਈਵਡ ਯੂਨਿਟਸ। ਡਿਰਾਈਵਡ ਯੂਨਿਟਸ ਦਾ ਸਿੰਪਲ ਜਿਹਾ ਮੀਨਿੰਗ ਇਹ ਹੈ ਕਿ ਜਿਹੜੀ ਯੂਨਿਟਸ ਆਪਣੀ ਫੰਡਾਮੈਂਟਲ ਯੂਨਿਟਸ ਤੋਂ ਬਣੀਆਂ ਨੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਡਿਰਾਈਵਡ ਯੂਨਿਟਸ। ਫੋਰ ਐਗਜ਼ਾਮਪਲ ਯੂਨਿਟਸ ਆਫ ਏਰੀਆ। ਏਰੀਆ ਕੀ ਹੁੰਦਾ ਹੈ? ਏਰੀਆ ਦਾ ਫਾਰਮੂਲਾ ਕੀ ਹੁੰਦਾ ਹੈ? ਇਟ ਇਜ਼ ਬੇਸਿਕਲੀ ਲੈਂਥ ਸਕੁਏਅਰ। ਏਰੀਆ ਇਜ਼ ਲੈਂਥ ਸਕੁਏਅਰ। ਨਾਓ ਆਪਾਂ ਫੰਡਾਮੈਂਟਲ ਯੂਨਿਟ 'ਚ ਡਿਸਕਸ ਕੀਤਾ ਸੀ, ਜਿਵੇਂ ਲੈਂਥ ਦੀ ਫੰਡਾਮੈਂਟਲ ਯੂਨਿਟ ਜੇ ਦੇਖੀਏ SI ਸਿਸਟਮ 'ਚ, ਦੈਟ ਇਜ਼ ਮੀਟਰ।
ਤਾਂ ਜਿਹੜੀ ਏਰੀਆ ਦੀ ਡਿਰਾਈਵਡ ਯੂਨਿਟ ਹੋਵੇਗੀ दैट विल बी मीटर स्क्वेयर। यानी कि ਆਪਾਂ ਮੀਟਰ ਨੂੰ 2 ਵਾਰ ਮਲਟੀਪਲਾਈ ਕਰਾਂਗੇ, ਉਸ ਦੇ ਨਾਲ ਆਪਾਂ ਨੂੰ ਏਰੀਆ ਦੀ ਯੂਨਿਟ ਮਿਲ ਗਈ, दैट इज़ ए ਡਿਰਾਈਵਡ ਯੂਨਿਟ। ਕਹਿਣ ਦਾ ਮਤਲਬ ਇਹ ਹੈ ਕਿ ਫੰਡਾਮੈਂਟਲ ਯੂਨਿਟਸ ਆਪਾਂ ਇੱਕ ਤਰ੍ਹਾਂ ਤੋਂ ਅਜ਼ਿਊਮ ਕਰਦੇ ਹਾਂ, ਮੰਨ ਕੇ ਚੱਲਦੇ ਹਾਂ, ਆਰਬਿਟਰੇਰਲੀ ਚੂਜ਼ ਕਰਦੇ ਹਾਂ। ਉਸ ਤੋਂ ਬਾਅਦ ਆਪਾਂ ਜਿਹੜੇ ਡਿਰਾਈਵ ਯੂਨਿਟਸ ਨੇ ਫੰਡਾਮੈਂਟਲ ਯੂਨਿਟਸ ਤੋਂ ਅੱਗੇ ਡਿਰਾਈਵ ਕਰਦੇ ਹਾਂ। then we study system of units। ਅਸੀਂ यूजुअली 4 सिस्टम स्टडी करते हैं। फर्स्ट वन इज़ CGS सिस्टम, FPS सिस्टम, MKS सिस्टम एंड SI यूनिट्स। सो फर्स्ट वन इज़ CGS सिस्टम। CGS का मतलब है सेंटीमीटर, ग्राम एंड सेकंड। सेंटीमीटर, ग्राम, सेकंड। ਇਸ ਦੇ ਵਿੱਚ ਜਿਹੜੀ ਆਪਣੀ ਫੰਡਾਮੈਂਟਲ ਯੂਨਿਟਸ ਹੁੰਦੀਆਂ ਨੇ, ਲੈਂਥ ਲਈ ਸੈਂਟੀਮੀਟਰ, ਵੇਟ ਲਈ ਮਾਸ ਲਈ ਗ੍ਰਾਮ ਅਤੇ ਟਾਈਮ ਲਈ ਸੈਕਿੰਡ। ਇਸੇ ਤਰ੍ਹਾਂ FPS ਸਿਸਟਮ, F ਮੀਨਸ ਫੁੱਟ, P ਮੀਨਸ ਪਾਊਂਡ, S ਮੀਨ ਸੈਕਿੰਡ। ਤਾਂ ਫੁੱਟ, ਪਾਊਂਡ ਐਂਡ ਸੈਕਿੰਡ ਇਹ ਆਪਣੀਆਂ ਫੰਡਾਮੈਂਟਲ ਯੂਨਿਟਸ ਹੁੰਦੀਆਂ ਨੇ FPS ਸਿਸਟਮ 'ਚ। ਥਰਡ ਇਜ਼ MKS ਸਿਸਟਮ। MKS ਮੀਨਸ मीटर, किलोग्राम, सेकंड, राइट। लास्ट वन इज़ SI सिस्टम। इट इज़ द इंटरनेशनल सिस्टम ऑफ यूनिट्स, ਜਿਹੜਾ ਆਪਣਾ ਸਟੈਂਡਰਡ ਸੈੱਟ ਕੀਤਾ ਗਿਆ ਹੈ। ਜਿਹੜੀ ਫੰਡਾਮੈਂਟਲ ਯੂਨਿਟਸ ਨੇ ਇਸ ਦੇ ਵਿੱਚ ਵੀ MKS ਵਾਲੀ ਸੇਮ ਨੇ, दैट इज़ मीटर, किलोग्राम एंड सेकंड। ਸੋ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ SI ਸਿਸਟਮ ਦੇ ਬਾਰੇ। SI ਸਿਸਟਮ ਮੀਨਸ ਇੰਟਰਨੈਸ਼ਨਲ ਸਿਸਟਮ ਆਫ ਯੂਨਿਟਸ। ਇਸ ਦੇ ਵਿੱਚ ਆਪਾਂ ਕੁਝ ਫਿਜ਼ੀਕਲ ਯੂਨਿਟਸ ਚੂਜ਼ ਕਰਦੇ ਹਾਂ ਜਿਨ੍ਹਾਂ ਨੂੰ ਆਪਾਂ SI ਯੂਨਿਟਸ ਕਹਿੰਦੇ ਹਾਂ। ਫੋਰ ਐਗਜ਼ਾਮਪਲ ਲੈਂਥ ਲਈ ਆਪਾਂ ਮੀਟਰ ਯੂਜ਼ ਕਰ ਰਹੇ ਹਾਂ, ਮਾਸ ਲਈ ਆਪਾਂ ਕਿਲੋਗ੍ਰਾਮ ਯੂਜ਼ ਕਰ ਰਹੇ ਹਾਂ, ਟਾਈਮ ਲਈ ਆਪਾਂ ਸੈਕਿੰਡ ਯੂਜ਼ ਕਰ ਰਹੇ ਹਾਂ, ਕਰੰਟ ਲਈ ਆਪਾਂ ਐਂਪੀਅਰ ਯੂਜ਼ ਕਰ ਰਹੇ ਹਾਂ, ਟੈਂਪਰੇਚਰ ਲਈ ਕੈਲਵਿਨ ਯੂਜ਼ ਕਰ ਰਹੇ ਹਾਂ, ਲਿਊਮੀਨਸ ਇੰਟੈਂਸਿਟੀ ਲਈ ਕੈਂਡੇਲਾ ਯੂਜ਼ ਕਰ ਰਹੇ ਹਾਂ, ਅਤੇ ਨੰਬਰ ਲਈ ਮੋਲ ਯੂਜ਼ ਕਰ ਰਹੇ ਹਾਂ। ਇਹ ਆਪਣੀ 7 ਫੰਡਾਮੈਂਟਲ ਯੂਨਿਟਸ ਨੇ ਜਿਹੜੀ SI ਸਿਸਟਮ 'ਚ ਆਪਾਂ ਯੂਜ਼ ਕਰਦੇ ਹਾਂ। ਫਰਦਰ ਜਿਹੜੀ ਵੀ ਯੂਨਿਟਸ ਨੇ ਇਹਨਾਂ 7 ਯੂਨਿਟਸ ਤੋਂ ਡਿਰਾਈਵ ਕੀਤੀਆਂ ਜਾਂਦੀਆਂ ਨੇ। ਨਾਓ ਵੀ ਕਮ ਟੂ ਕਨਵਰਜਨ ਪਾਰਟ। ਕਨਵਰਜਨ ਦਾ ਮਤਲਬ ਕੀ ਹੈ ਕਿ ਆਪਾਂ ਨੂੰ ਇੱਕ ਸੈੱਟ ਆਫ ਯੂਨਿਟਸ ਦਿੱਤਾ ਗਿਆ ਹੈ, ਉਸ ਤੋਂ ਆਪਾਂ ਦੂਜੇ ਸੈੱਟ 'ਚ ਕਨਵਰਟ ਕਰਨਾ ਹੈ। ਜਿਵੇਂ ਆਪਾਂ ਨੂੰ ਇਹ ਐਗਜ਼ਾਮਪਲ ਦੇਖ ਰਹੇ ਹਾਂ, ਜਿਵੇਂ ਇਸ ਐਗਜ਼ਾਮਪਲ 'ਚ ਆਪਾਂ ਨੂੰ ਸਪੀਡ ਦਿੱਤੀ ਹੋਈ ਹੈ। ਸਪੀਡ ਦੀ ਯੂਨਿਟਸ ਕੀ ਨੇ? ਕਿਲੋਮੀਟਰ ਪਰ ਆਵਰ। ਆਪਾਂ ਨੂੰ ਮੀਟਰ ਪਰ ਸੈਕਿੰਡ 'ਚ ਕਨਵਰਟ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਇਸ ਕਨਵਰਜ਼ਨ ਲਈ ਆਪਾਂ ਕੀ ਕਰਾਂਗੇ, ਜਿਹੜੀਆਂ ਆਪਣੀਆਂ ਯੂਨਿਟਸ ਨੇ ਉਹ ਦੇਖਾਂਗੇ ਕਿ ਉਹਨਾਂ ਦਾ ਕੀ ਰਿਲੇਸ਼ਨ ਹੈ। ਫੋਰ ਐਗਜ਼ਾਮਪਲ ਇੱਥੇ ਆਪਣੀ ਲੈਂਥ ਦੀ 2 ਯੂਨਿਟਸ ਯੂਜ਼ ਕੀਤੀਆਂ ਗਈਆਂ ਨੇ। ਫਸਟ ਵਨ ਇਜ਼ ਕਿਲੋਮੀਟਰ, ਸੈਕਿੰਡ ਵਨ ਇਜ਼ मीटर। सो फर्स्ट वी विल फाइंड आउट द रिलेशन बिटवीन किलोमीटर एंड मीटर। सानू पता है कि 1 किलोमीटर इज इक्वल टू 1000 मीटर। सो वी विल यूज़ दिस रिलेशन। दूजी चीज़ जिहड़ी आपां नूं इत्थे दित्ती गई है वो है टाइम। टाइम आपां नूं एक पासे आवर च दिता गया है, दूजे पासे सैकेंड च दिता गया है। तो 1 आवर इज इक्वल टू 60 मिनट्स एंड 1 मिनट इज इक्वल टू 60 सेकेंड, यानी कि 60 इंटू 60 दैट इज़ 3600 सेकेंड, यानी कि 1 आवर अपना 3600 सेकेंड के बराबर है। हुण इस वैल्यू नूं आपां इस इक्वेशन च पुट करांगे। जिवें जिथे अपनी लेंथ की यूनिट सी उत्थे मैं 1000 मीटर पुट किया है 1 किलोमीटर के उपर। इस तरह 1 आवर के थले 3600 सैकेंड पुट किया है। इस इक्वेशन को आप सोल्व करांगे तो आपां नूं जिहड़ी आउटपुट मिलूगी दैट इज़ 20.83 मीटर पर सैकेंड। इस तरह आपां नूं स्पीड दिती हुई सी किलोमीटर पर आवर च, उहनूं आपां कन्वर्ट कर लिया मीटर
ਇਸੇ ਤਰ੍ਹਾਂ ਆਪਾਂ ਨੂੰ ਕਿਹਾ ਜਾ ਸਕਦਾ ਹੈ ਕਿ ਆਪਾਂ ਇੱਕ ਸਿਸਟਮ ਦੀ ਯੂਨਿਟਸ ਨੂੰ ਦੂਜੇ ਸਿਸਟਮ ਦੀ ਯੂਨਿਟ 'ਚ ਕਨਵਰਟ ਕਰਨਾ ਹੈ। ਫੋਰ ਐਗਜ਼ਾਮਪਲ ਜੇ ਆਪਾਂ SI ਸਿਸਟਮ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਆਪਣੀ ਜਿਹੜੀ ਸਪੀਡ ਹੈ ਦੈਟ ਇਜ਼ ਮੈਜ਼ਰਡ ਇਨ ਮੀਟਰ ਪਰ ਸੈਕਿੰਡ। ਦੂਜੇ ਪਾਸੇ ਆਪਣਾ CGS ਸਿਸਟਮ ਹੈ ਜਿੱਥੇ ਆਪਾਂ ਸਪੀਡ ਨੂੰ ਮੈਜ਼ਰ ਕਰਾਂਗੇ ਸੈਂਟੀਮੀਟਰ ਪਰ ਸੈਕਿੰਡ। ਹੁਣ ਸੇਮ ਅਪਰੋਚ ਆਪਾਂ ਇੱਥੇ ਫੋਲੋ ਕਰਾਂਗੇ। ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਦੋ ਯੂਨਿਟਸ ਨੇ, ਦੋ ਸਿਸਟਮ ਆਫ ਯੂਨਿਟਸ ਨੇ, ਇਹਨਾਂ ਦੀ ਯੂਨਿਟਸ 'ਚ ਕੀ ਰਿਲੇਸ਼ਨ ਹੈ। ਫੋਰ ਐਗਜ਼ਾਮਪਲ ਸੈਕਿੰਡ ਤਾਂ ਆਪਣਾ ਕੋਮਨ ਹੈ ਤਾਂ ਇਹਨੂੰ ਕਨਵਰਟ ਕਰਨ ਦੀ ਕੋਈ ਲੋੜ ਨਹੀਂ ਹੈ, ਇਹ ਆਪਣਾ ਉੱਪਰ ਥੱਲੇ ਕੈਂਸਲ ਹੋ ਜਾਊਗਾ। ਹੁਣ ਗੱਲ ਆਉਂਦੀ ਹੈ ਮੀਟਰ ਅਤੇ ਸੈਂਟੀਮੀਟਰ ਦੀ। ਆਪਾਂ ਨੂੰ ਪਤਾ ਹੈ ਕਿ 1 ਮੀਟਰ 'ਚ 100 ਸੈਂਟੀਮੀਟਰ ਹੁੰਦੇ ਨੇ। ਤਾਂ ਇਸ ਰਿਲੇਸ਼ਨ ਨੂੰ ਆਪਾਂ ਯੂਜ਼ ਕਰਕੇ, ਇਸ ਰਿਲੇਸ਼ਨ ਤੋਂ ਜਿਹੜੀ ਵੈਲਿਊ ਆਈ ਹੈ ਉਹਨੂੰ ਆਪਾਂ ਇਸ ਇਕੁਏਸ਼ਨ 'ਚ ਪੁੱਟ ਕਰਾਂਗੇ ਇਸ ਥਾਂ 'ਤੇ, ਅਤੇ ਜਿਹੜੀ ਆਪਾਂ ਨੂੰ ਆਊਟਪੁੱਟ ਹੈ ਉਹ ਸੈਂਟੀਮੀਟਰ ਪਰ ਸੈਕਿੰਡ 'ਚ ਮਿਲ ਜੂਗੀ। ਯਾਨੀ ਕਿ ਆਪਾਂ ਸਪੀਡ ਨੂੰ SI ਸਿਸਟਮ ਮੀਟਰ ਪਰ ਸੈਕਿੰਡ ਤੋਂ CGS ਸਿਸਟਮ ਯਾਨੀ ਕਿ ਸੈਂਟੀਮੀਟਰ ਪਰ ਸੈਕਿੰਡ 'ਚ ਕਨਵਰਟ ਕਰ ਸਕਦੇ ਹਾਂ। ਨਾਓ ਆਵਰ ਨੈਕਸਟ ਟੋਪਿਕ ਇਜ਼ ਸਕੇਲਰ ਐਂਡ ਵੈਕਟਰ ਕੁਆਂਟੀਟੀਜ਼। ਤਾਂ ਪਹਿਲਾਂ ਆਪਾਂ ਦੇਖਾਂਗੇ ਕਿ ਸਕੇਲਰ ਕੁਆਂਟੀਟੀਜ਼ ਕੀ ਹੁੰਦੀਆਂ ਨੇ। ਸੋ ਫਸਟ ਵੀ ਗੋ ਵਿਦ ਦ ਡੈਫੀਨੇਸ਼ਨ। ਦ ਸਕੇਲਰ ਕੁਆਂਟੀਟੀਜ਼ ਔਰ ਸਕੇਲਰਸ ਆਰ ਦੋਜ਼ ਕੁਆਂਟੀਟੀਜ਼ ਵਿਚ ਹੈਵ ਮੈਗਨੀਟਿਊਡ ਓਨਲੀ। ਮੀਨਿੰਗ ਜਿਹੜੀ ਸਕੇਲਰ ਕੁਆਂਟੀਟੀਜ਼ ਨੇ ਇਹ ਉਹ ਕੁਆਂਟੀਟੀਜ਼ ਨੇ ਜਿਨ੍ਹਾਂ ਦੇ ਕੋਲੇ ਸਿਰਫ ਮੈਗਨੀਟਿਊਡ ਹੈ, ਸਿਰਫ ਵੈਲਿਊ ਹੈ, ਕੋਈ ਡਾਇਰੈਕਸ਼ਨ ਨਹੀਂ ਹੈ, ਡਾਇਰੈਕਸ਼ਨ ਇਹਨਾਂ ਦੇ ਕੋਲ ਨਹੀਂ ਹੈ। ਫੋਰ ਐਗਜ਼ਾਮਪਲ ਲੈਂਥ, ਮਾਸ, ਟਾਈਮ, ਡਿਸਟੈਂਸ, ਵੋਲਿਊਮ ਵਗੈਰਾ। ਜਿਵੇਂ ਆਪਾਂ ਲੈਂਥ ਨੂੰ ਦੇਖਾਂਗੇ, ਲੈਂਥ ਨੂੰ ਜਦੋਂ ਆਪਾਂ ਐਕਸਪ੍ਰੈਸ ਕਰਦੇ ਹਾਂ ਤਾਂ ਕਿਸੇ ਚੀਜ਼ ਦੀ ਲੈਂਥ ਫਾਈਂਡ ਆਊਟ ਕਰਨੀ ਹੈ, ਆਪਾਂ ਕਹਾਂਗੇ 5 ਮੀਟਰ। ਇਸ ਦੇ ਵਿੱਚ ਆਪਾਂ ਨੂੰ ਕੋਈ ਡਾਇਰੈਕਸ਼ਨ ਦੇਣ ਦੀ ਜਾਂ ਡਾਇਰੈਕਸ਼ਨ ਦੱਸਣ ਦੀ ਲੋੜ ਨਹੀਂ ਹੈ ਕਿ 5 ਮੀਟਰ ਕਿਸ ਡਾਇਰੈਕਸ਼ਨ 'ਚ ਹੈ। ਕਹਿਣ ਦਾ ਮਤਲਬ ਇਹ ਹੈ ਸਿਰਫ ਆਪਾਂ ਨੂੰ ਵੈਲਿਊ ਸਪੈਸੀਫਾਈ ਕਰਨੀ ਹੈ, ਸਿਰਫ ਵੈਲਿਊ ਦੱਸਣੀ ਹੈ, ਸਿਰਫ ਵੈਲਿਊ ਹੈ। ਇਸ ਦੇ ਵਿੱਚ ਆਪਾਂ ਕੋਈ ਡਾਇਰੈਕਸ਼ਨ ਨਹੀਂ ਦੇ ਸਕਦੇ, ਨਾ ਹੀ ਦੇਣ ਦੀ ਜ਼ਰੂਰਤ ਹੈ। ਤਾਂ ਇਹਨਾਂ ਕੁਆਂਟੀਟੀਜ਼ ਨੂੰ ਆਪਾਂ ਕਹਿੰਦੇ ਹਾਂ ਸਕੇਲਰ ਕੁਆਂਟੀਟੀਜ਼। ਨੈਕਸਟ ਇਜ਼ ਵੈਕਟਰ ਕੁਆਂਟੀਟੀਜ਼। ਸਕੇਲਰ ਕੁਆਂਟੀਟੀਜ਼ 'ਚ ਆਪਾਂ ਦੇਖਿਆ ਸੀ ਕਿ ਸਿਰਫ ਵੈਲਿਊ ਹੈ, ਕੋਈ ਡਾਇਰੈਕਸ਼ਨ ਨਹੀਂ ਹੈ। ਫੋਰ ਐਗਜ਼ਾਮਪਲ ਆਪਾਂ ਲੈਂਥ ਡਿਸਕਸ ਕੀਤੀ ਸੀ, ਇੱਦਾਂ ਹੀ ਵੋਲਿਊਮ ਆਪਾਂ ਕਹਿ ਸਕਦੇ ਹਾਂ। ਵੋਲਿਊਮ ਜਿਵੇਂ ਆਪਾਂ ਲੀਟਰ 'ਚ ਮੇਜ਼ਰ ਕਰਦੇ ਹਾਂ ਤਾਂ ਉਸਦੀ ਕੋਈ ਡਾਇਰੈਕਸ਼ਨ ਨਹੀਂ ਹੁੰਦੀ। ਪਰ ਜਦ ਵੈਕਟਰ ਕੁਆਂਟੀਟੀਜ਼ ਦੀ ਗੱਲ ਆਉਂਦੀ ਹੈ ਉਸ ਦੇ ਵਿੱਚ ਆਪਾਂ ਨੂੰ ਵੈਲਿਊ ਵੀ ਦੱਸਣੀ ਪਊਗੀ, ਆਪਾਂ ਨੂੰ ਉਸਦੀ ਡਾਇਰੈਕਸ਼ਨ ਵੀ ਦੱਸਣੀ ਪਊਗੀ। ਫੋਰ ਐਗਜ਼ਾਮਪਲ ਵੈਲੋਸਿਟੀ। ਜਦੋਂ ਆਪਾਂ ਕਿਸੇ ਚੀਜ਼ ਦੀ ਵੈਲੋਸਿਟੀ ਦੱਸਦੇ ਹਾਂ ਦੈਨ ਵੀ ਵੁੱਡ ਸੇ ਕਿ 5 ਮੀਟਰ ਪਰ ਸੈਕਿੰਡ। ਪਰ ਨਾਲ ਦੀ ਨਾਲ ਆਪਾਂ ਨੂੰ ਇਹ ਵੀ ਦੱਸਣਾ ਪਊਗਾ ਇਹ ਕਿਸ ਡਾਇਰੈਕਸ਼ਨ 'ਚ ਹੈ। ਸਪੋਜ਼ ਮੈਂ ਕਹਾਂ ਟੂਆਰਡਸ ਨੌਰਥ, ਯਾਨੀ ਕਿ ਉੱਤਰ ਦਿਸ਼ਾ 'ਚ ਆਪਣੀ ਜਿਹੜੀ ਬੋਡੀ ਹੈ ਉਹ 5 ਮੀਟਰ ਪਰ ਸੈਕਿੰਡ ਦੀ ਵੈਲੋਸਿਟੀ ਨਾਲ ਮੂਵ ਕਰ ਰਹੀ ਹੈ। ਤਾਂ ਆਪਾਂ ਨੂੰ ਵੈਲੋਸਿਟੀ ਦੀ ਵੈਲਿਊ ਵੀ ਦੱਸਣੀ ਪਈ 5 ਅਤੇ ਉਸਦੀ ਡਾਇਰੈਕਸ਼ਨ ਵੀ ਦੱਸਣੀ ਪਈ ਨੌਰਥ। ਇਸੇ ਤਰ੍ਹਾਂ ਬਾਕੀ ਜਿਹੜੀ ਕੁਆਂਟੀਟੀਜ਼ ਨੇ, ਡਿਸਪਲੇਸਮੈਂਟ ਹੋ ਗਿਆ, ਐਕਸਲਰੇਸ਼ਨ ਹੋ ਗਿਆ, ਮੋਮੈਂਟਮ ਹੋ ਗਿਆ, ਫੋਰਸ ਹੋ ਗਿਆ, ਇਹ ਸਾਰੀ ਕੁਆਂਟੀਟੀਜ਼ ਆਪਣੀ ਵੈਕਟਰ ਕੁਆਂਟੀਟੀਜ਼ ਨੇ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਮੈਗਨੀਟਿਊਡ ਵੀ ਦੱਸਣਾ ਪੈਂਦਾ ਹੈ ਅਤੇ ਡਾਇਰੈਕਸ਼ਨ ਵੀ ਦੱਸਣੀ ਪੈਂਦੀ ਹੈ। ਉਸ ਤੋਂ ਬਾਅਦ ਆਪਣਾ ਇੱਕ ਲਾਸਟ ਟੋਪਿਕ ਰਹਿੰਦਾ ਹੈ ਛੋਟਾ ਜਿਹਾ, ਦੈਟ ਇਜ਼ ਕੰਸੈਪਟ ਆਫ ਰਿਜਿਡ ਬੋਡੀ। ਰਿਜਿਡ ਬੋਡੀ ਕੀ ਹੁੰਦੀ ਹੈ? ਸੋ ਸਭ ਤੋਂ ਪਹਿਲਾਂ ਆਪਾਂ ਡੈਫੀਨੇਸ਼ਨ ਦੇਖਦੇ ਹਾਂ। ਏ ਰਿਜਿਡ ਬੋਡੀ ਇਜ਼ ਏ ਬੋਡੀ ਵਿਚ ਡਜ਼ ਨੋਟ ਡਿਫੋਰਮ ਅੰਡਰ ਦ ਇਨਫਲੂਐਂਸ ਆਫ ਫੋਰਸਿਸ। ਇਸ ਦਾ ਮਤਲਬ ਕੀ ਹੈ ਕਿ ਕੋਈ ਬੋਡੀ ਹੈ ਉਸ 'ਤੇ ਆਪਾਂ ਫੋਰਸ ਲਾ ਰਹੇ ਹਾਂ। ਸਪੋਜ਼ ਇਹ ਫੋਰਸ ਲਾਈ ਹੈ ਦੋਵੇਂ ਡਾਇਰੈਕਸ਼ਨ 'ਚ ਐਫ ਫੋਰਸ ਮੈਂ ਇਸ 'ਤੇ ਐਗਜ਼ਰਟ ਕਰ ਰਿਹਾ, ਤਾਂ ਇਹਨੂੰ ਆਪਾਂ ਰਿਜਿਡ ਬੋਡੀ ਤਾਂ ਕਹਾਂਗੇ ਜੇ ਇਸ ਫੋਰਸ ਤੋਂ ਲਾਉਣ ਤੋਂ ਬਾਅਦ ਵੀ ਇਸ ਦੀ ਸ਼ੇਪ 'ਚ ਕੋਈ ਚੇਂਜ ਨਾ ਆਵੇ, ਇਸ 'ਚ ਕੋਈ ਡਿਫੋਰਮੇਸ਼ਨ ਨਾ ਆਵੇ। ਜੇ ਇਸ 'ਚ ਕੋਈ ਡਿਫੋਰਮੇਸ਼ਨ ਨਹੀਂ ਆਉਂਦੀ ਇਹਨੂੰ ਆਪਾਂ ਕਹਾਂਗੇ ਰਿਜਿਡ ਬੋਡੀ।
ਨਾਓ ਜੇ ਦੇਖਿਆ ਜਾਵੇ ਤਾਂ ਰੀਅਲ ਵਰਲਡ 'ਚ ਕੋਈ ਵੀ ਬੋਡੀ ਪਰਫੈਕਟਲੀ ਰਿਜਿਡ ਨਹੀਂ ਹੁੰਦੀ, ਕੁਝ ਨਾ ਕੁਝ ਡਿਫੋਰਮੇਸ਼ਨ ਹਮੇਸ਼ਾ ਹੁੰਦੀ ਹੈ, ਭਾਵੇਂ ਉਹ ਕਿੰਨੀ ਵੀ ਛੋਟੀ ਹੋਵੇ। ਤਾਂ ਉਹ ਚੀਜ਼ ਆਪਾਂ ਦੇਖਣੀ ਹੈ ਕਿ ਆਪਾਂ ਕਿੰਨੀ ਡਿਫੋਰਮੇਸ਼ਨ ਨੂੰ ਐਕਸੈਪਟ ਕਰ ਸਕਦੇ ਹਾਂ ਅਤੇ ਕਿੰਨੀ ਡਿਫੋਰਮੇਸ਼ਨ ਆਪਣੇ ਲਈ ਲਿਮਿਟ ਤੋਂ ਜ਼ਿਆਦਾ ਹੈ। ਉਸ ਡਿਫੋਰਮੇਸ਼ਨ ਦੇ ਬੇਸ 'ਤੇ ਆਪਾਂ ਦੇਖਾਂਗੇ ਕਿ ਕਿਸੇ ਬੋਡੀ ਨੂੰ ਆਪਾਂ ਰਿਜਿਡ ਬੋਡੀ ਕਹਿ ਸਕਦੇ ਹਾਂ ਜਾਂ ਨਹੀਂ ਕਹਿ ਸਕਦੇ। ਜੇ ਆਪਣੀ ਡਿਫੋਰਮੇਸ਼ਨ ਬਹੁਤ ਘੱਟ ਹੈ ਤਾਂ ਭਾਵੇਂ ਆਪਣੀ ਬੋਡੀ ਰਿਜਿਡ ਬੋਡੀ ਨਹੀਂ ਹੈ, ਆਪਾਂ ਉਸ ਨੂੰ ਰਿਜਿਡ ਬੋਡੀ ਅਜ਼ਿਊਮ ਕਰਕੇ ਆਪਣੀ ਜਿਹੜੀ ਵੀ ਕੈਲਕੂਲੇਸ਼ਨ ਹੈ, ਜਿਹੜੀ ਵੀ ਆਪਾਂ ਮੈਥਡ ਯੂਜ਼ ਕਰਨਾ ਹੈ ਉਹ ਕਰ ਸਕਦੇ ਹਾਂ। ਉਹ ਡਿਪੈਂਡ ਕਰੇਗਾ ਆਪਣੇ ਐਪਲੀਕੇਸ਼ਨ 'ਤੇ।